ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਮੇਰੀ ਪੀੜੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ੁਭ ਪ੍ਰਾਪਤ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆ ਗੁਰ ਇਤਿਹਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਸਰਵਨ ਕਰਦੇ ਆ ਰਹੇ ਹੋ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਧਰ ਨੂੰ ਉਤਾਰਦਿਆਂ ਹੋਇਆ ਮੇਰੇ ਮਾਲਕ ਇੱਕ ਨਗਰ ਦੇ ਵਿੱਚ ਪਹੁੰਚਣਾ ਕਰਦੇ ਹਨ। ਉੱਥੇ ਇੱਕ ਡਿੱਗੀ ਵਾਲਾ ਵਪਾਰੀ ਹੈ ਜੋ ਤੇਲ, ਸਾਬਣ, ਹਲਦੀ, ਲੂਣ, ਖੰਡ, ਮਿਰਚ, ਮਸਾਲੇ ਆਦਿ ਜਿਹੜਾ ਹੈ ਉਹ ਆਪਣੇ ਸਿਰ ਤੇ ਪੰਡ ਬੰਨ੍ਹ ਕੇ ਪਿੰਡ ਪਿੰਡ ਘਰ ਘਰ ਜਾ ਕੇ ਜਿਹੜਾ ਹੈ ਵੇਚਦਾ ਹੈ। ਉਹਦੇ ਨਾਲ ਮਿਲਾਪ ਹੋਇਆ ਉਹਦੀ ਕਲਿਆਣਤਾ ਕਰਨ ਵਾਸਤੇ ਉਹਦੇ ਵੱਡਿਆਂ ਦੇ ਬਾਰੇ ਪੁੱਛਦੇ ਹਨ। ਉਹ 5 ਸੇਰ, 2 ਸੇਰ, 1 ਸੇਰ ਅਤੇ ਜੋ ਸਭ ਤੋਂ ਛੋਟਾ ਵੱਡਾ ਸੀ ਪਾਈਏ ਦਾ ਉਹਦੇ ਬਾਰੇ ਦੱਸਦਾ ਹੈ। ਉਹ ਪਾਈਆ ਵੱਡਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਸਤ ਕਮਲਾਂ ਦੇ ਵਿੱਚ ਹੈ। ਉਹਨੂੰ ਮੇਰੇ ਮਾਲਕ ਨੇ ਧੰਨ ਕਿਹਾ ਤੇ ਨਾਲ ਹੀ ਜਿਹੜੇ ਨਾਲ ਗੁਰੂ ਦੇ ਦਰ ਦੇ ਉੱਤੇ ਆ ਕੇ ਨਿਭ ਜਾਂਦੇ ਨੇ, ਸਭ ਕੁਝ ਹੁੰਦਿਆਂ ਹੋਇਆ ਵੀ ਆਪਣੇ ਆਪ ਨੂੰ ਨਿਵਾਨਤਾ ਦੇ ਵਿੱਚ ਰੱਖਦੇ ਨੇ। ਦ੍ਰਿਸ਼ਟਾਂਤ ਸੀ ਕਿ ਉਹ ਰੱਬ ਦੇ ਘਰ ਦੇ ਵਿੱਚ ਪ੍ਰਵਾਨੇ ਜਾਂਦੇ ਨੇ। ਇਹ ਡਿੱਗੀ ਵਾਲਾ ਵਪਾਰੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦਾ ਘੋੜਾ ਬਣਿਆ। ਸਿੱਖੀ ਦੀ ਦਾਤ ਲੈ ਕਰਕੇ ਇਹ ਗੁਰੂ ਨਾਨਕ ਦੇ ਘਰ ਦਾ ਹੁਣ ਜਿਹੜਾ ਹੈ ਉਹ ਪ੍ਰਚਾਰਕ ਜਿਹੜਾ ਹੈ ਥਾਪਿਆ ਜਾ ਚੁੱਕਾ ਹੈ। ਮੇਰੇ ਮਾਲਕ ਇਹਨੂੰ ਨਾਮ ਦੀ ਦਾਤ ਬਖਸ਼ ਕਰਕੇ ਇਹਦੀ ਕਲਿਆਣਤਾ ਕਰਕੇ ਅਗਾਂਹ ਜਿਹੜੇ ਨੇ ਉਹ ਤੁਰਨਾ ਕਰਦੇ ਨੇ। ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਹੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਹੁਣ ਤੁਸੀਂ ਅੱਗੇ ਸੁਣੋ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਅਗਲਾ ਪੈਂਡਾ ਜਿਹੜਾ ਹੈ ਤੈਅ ਕੀਤਾ ਹੈ। ਕਿਸ ਤਰ੍ਹਾਂ ਹੋਰਾਂ ਨੂੰ ਜਿਹੜੇ ਨੇ ਉਹ ਤਾਰ ਰਹੇ ਨੇ। ਆਓ ਬੜੇ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਅੱਗੇ ਸਰਵਨ ਕਰੀਏ ਜੀ। ਵਿਚਾਰਨ ਦੀ ਪਰਮਤਾ ਤੋਂ ਪਹਿਲਾਂ ਦਿਓ ਅਸੀਸ। ਅੱਖ ਨਾ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ ਸਤਿਨਾਮ ਸ੍ਰੀ ਵਾਹਿਗੁਰੂ। ਸੁਨਤ ਜੁਗਤ ਹਿਰਦੇ ਹਰ ਖਾਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਉਹਨਾਂ ਨੇ ਇਹ ਬਚਨ ਡਿੱਗੀ ਵਾਲੇ ਵਪਾਰੀ ਦੇ ਕੋਲੋਂ ਸੁਣੇ ਕਿ ਇਹਦਾ ਮਨ ਜਿਹੜਾ ਹੈ ਹੁਣ ਪਤੀਜਿਆ ਗਿਆ ਹੈ, ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੈ ਉਹ ਘੋੜਾ ਬਣ ਗਿਆ ਹੈ। ਤੇ ਦੂਜੇ ਪਾਸੇ ਭਾਈ ਬਾਲਾ ਜੀ ਜੋ ਗੁਰੂ ਨਾਨਕ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਜੀ ਦੀ ਧਰਤੀ ਤੇ ਇਹ ਪਾਵਨ ਪਵਿੱਤਰ ਇਤਿਹਾਸ ਸੁਣਾ ਰਹੇ ਨੇ। ਜੀਵਨ ਗਾਥਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਹੁਣ ਇਹ ਡਿੱਗੀ ਵਾਲੇ ਵਪਾਰੀ ਦੀ ਸਾਰਾ ਪ੍ਰਸੰਗ ਸੁਣਿਆ ਨਾ ਕਿ ਉਹਨੂੰ ਛਿਨ ਭਰ ਦੇ ਅੰਦਰ ਕਿਸ ਤਰ੍ਹਾਂ ਮੇਰੇ ਮਾਲਕ ਨੇ ਜਿਹੜਾ ਹੈ ਤਿੰਨਾਂ ਲੋਕਾਂ ਦਾ ਗਿਆਨ ਕਰਾ ਦਿੱਤਾ। ਉਹਦੇ ਪੂਰਬਲੇ ਕਰਮਾਂ ਕਰਕੇ ਇਹ ਸਾਰੀ ਵਿਧ ਜਿਹੜੀ ਸੀ ਉਹ ਬਣੀ ਸੀ। ਆਂਦੇ ਉਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਨਤ ਜੁਗਤ ਹਿਰਦੇ ਹਰ ਖਾਨੇ। ਹਿਰਦੇ ਦੇ ਵਿੱਚ ਉਹਨਾਂ ਨੇ ਬੜਾ ਚਾਉ ਕੀਤਾ ਹੈ ਜੀ। ਉਨਹੇ ਕਥਾ ਸੁਨਹੀ ਦੇਖਾਨੇ। ਫਿਰ ਅਗਾਂਹ ਉਹਨਾਂ ਨੇ ਬੜੇ ਗੌਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਸੁਣਨ ਵਾਸਤੇ ਆਪਣੇ ਆਪ ਨੂੰ ਇਕਾਗਰ ਕੀਤਾ ਹੈ ਜੀ। ਸ੍ਰੀ ਅੰਗਦ ਸੁਣੇ ਗੁਰ ਗਾਥਾ। ਤੇ ਭਾਈ ਬਾਲਾ ਜੀ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਜੀ, ਹੁਣ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੱਗੇ ਜਿਹੜਾ ਜੀਵਨ ਹੈ ਉਹ ਸੁਣਨਾ ਕਰੋ ਜੀ।
ਅੱਗੇ ਇਸ ਤਰ੍ਹਾਂ ਜਿਹੜਾ ਹੈ ਫਿਰ ਜਾਣਾ ਕੀਤਾ ਹੈ ਜੀ। ਗਮਨ ਕੀਨ ਪੁਨ ਗੁਣ ਗਨ ਖਾਨੀ। ਗੁਰੂ ਜੀ ਫਿਰ ਉੱਥੋਂ ਅੱਗੇ ਚੱਲ ਕੇ ਜਿਹੜੇ ਨੇ ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਗਾਹ ਨੂੰ ਜਿਹੜਾ ਹੈ ਚੱਲਣਾ ਕਰਦੇ ਹਨ ਜੀ। ਆਈ ਤਵੇ ਉਜਾਰ ਮਹਾਨੀ। ਆਂਦੇ ਚਲਦਿਆਂ ਰਸਤੇ ਦੇ ਵਿੱਚ ਬੜਾ ਭਿਆਨਕ ਉਜਾੜ, ਉਦਿਆਨ ਕਹਿੰਦੇ ਨੇ ਜੰਗਲ ਨੂੰ, ਬੀਆਬਾਨ ਰਸਤੇ ਨੂੰ। ਕਹਿਣ ਲੱਗੇ ਬੜਾ ਭਿਆਨਕ ਜੰਗਲ, ਬੀਆਬਾਨ ਇਲਾਕਾ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈ ਜੀ। ਕਿਤੇ ਕੋਸ ਲੋਕ ਰਾਮ ਨਾ ਆਇਓ। ਤੇ ਕਿਤੇ ਕੋਸ ਕਈ ਕੋਹਾਂ ਤੱਕ ਕੋਈ ਵੀ ਪਿੰਡ, ਕੋਈ ਵੀ ਨਗਰ ਨਿਵਾਸੀ ਆਦਿਕ ਭਾਵ ਜਿੱਥੇ ਆਪਾਂ ਕਹਿ ਲਈਏ ਕਿਸੇ ਦੀ ਵੱਸੋ ਹੋਵੇ, ਉਹ ਵੱਸੋ ਵਾਲਾ ਕੋਈ ਵੀ ਜਿਹੜਾ ਹੈ ਇਲਾਕਾ ਨਜ਼ਰ ਨਹੀਂ ਸੀ ਆ ਰਿਹਾ। ਹਰ ਥਾਂ ਦੇ ਉੱਤੇ ਬੀਆਬਾਨ ਜੰਗਲ ਹੀ ਨਜ਼ਰ ਆਉਂਦਾ ਹੈ ਜੀ। ਨਹੀਂ ਮਨੁੱਖ ਤਨ ਕਹੂੰ ਦਿਸਾਇਓ। ਨਾ ਕੋਈ ਮਨੁੱਖ ਨਜ਼ਰ ਆਉਂਦਾ ਸੀ, ਬਸ ਪੱਗ ਡੰਡੀ ਦੀ ਤੌਰ ਤੇ ਤੁਰੇ ਜਾ ਰਹੇ ਸਾਂ, ਜੰਗਲ ਹੀ ਜੰਗਲ ਸੀ, ਹੋਰ ਕੋਈ ਰਸਤਾ ਵੀ ਜਿਹੜਾ ਸੀ ਨਹੀਂ ਨਜ਼ਰ ਆਉਂਦਾ ਸੀ ਜੀ। ਅਬ ਲੋਗਤ ਬੋਲਿਓ ਮਰਦਾਨਾ। ਜਦੋਂ ਆਂਦੇ ਭਾਈ ਮਰਦਾਨਾ ਜੀ ਨੇ ਵੀ ਇਹ ਵਾਕਿਆ ਦੇਖਿਆ ਕਿ ਹੁਣ ਤੇ ਬੀਆਬਾਨ ਹੀ ਜੰਗਲ ਹੈ, ਹੁਣ ਤਾਂ ਜਿਹੜਾ ਹੈ ਉਹ ਉਜਾੜ ਹੀ ਉਜਾੜ ਹੈ। ਉਦੋਂ ਆਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ, ਮੇਰੇ ਨਾਲ ਜਿਹੜਾ ਮੇਰਾ ਸਾਥੀ ਸੀ ਭਾਈ ਮਰਦਾਨਾ, ਇਹ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਜੀ ਦੀ ਧਰਤੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਇਹ ਪਾਵਨ ਪਵਿੱਤਰ ਜੀਵਨ ਸਰਵਨ ਕਰਵਾ ਰਹੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ। ਕਹਿਣ ਲੱਗੇ ਉਦੋਂ ਭਾਈ ਮਰਦਾਨਾ ਜੀ ਜਿਹੜੇ ਨੇ ਇਸ ਤਰ੍ਹਾਂ ਬੋਲਣਾ ਕਰਦੇ ਹਨ ਜੀ। ਸ੍ਰੀ ਪ੍ਰਭ ਇਹ ਉਦਿਆਨ ਮਹਾਨ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ, ਜਿਸ ਰਸਤੇ ਅਸੀਂ ਜਾ ਰਹੇ ਹਾਂ ਇਹ ਬੜਾ ਭਿਆਨਕ ਹੈ, ਇਹ ਤੇ ਜੰਗਲ ਹੀ ਜੰਗਲ ਹੈ ਜੀ। ਜਿਸ ਕੋ ਦੇਖ ਮਹਾ ਪੈ ਆਵੇ। ਆਂਦੇ ਜਿਹਨੂੰ ਦੇਖਦਿਆਂ ਆਮ ਮਨੁੱਖ ਵੀ ਜਿਹੜਾ ਹੈ ਉਹ ਡਰ ਜਾਵੇ। ਅਸੀਂ ਤਾਂ ਤੁਹਾਡੇ ਨਾਲ ਹਾਂ, ਮੈਨੂੰ ਵੀ ਡਰ ਲੱਗਦਾ ਹੈ, ਪਰ ਜੇ ਕਿਤੇ ਕੋਈ ਆਮ ਮਨੁੱਖ ਹੋਵੇ ਇਸ ਰਸਤੇ ਬਗਾਹੀ ਜਾਂਦਿਆਂ, ਉਹਨੂੰ ਵੀ ਡਰ ਲੱਗੇਗਾ ਜੀ। ਨਹੀਂ ਮਨੁੱਖ ਤਨ ਕਹੂੰ ਦਿਸਾਵੇ। ਕਿਉਂਕਿ ਇੱਥੇ ਤਾਂ ਕੋਈ ਮਨੁੱਖ ਵੀ ਨਜ਼ਰ ਨਹੀਂ ਆਉਂਦਾ, ਹੋਰ ਕੋਈ ਰਸਤਾ ਵੀ ਨਜ਼ਰ ਨਹੀਂ ਆਉਂਦਾ ਜੀ। ਸੁਣ ਕੇ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਬਾਲੇ ਨੇ, ਵਾਹਿਗੁਰੂ ਮਰਦਾਨੇ ਨੇ ਇੰਨੇ ਬਚਨ ਕਹੇ ਹਨ, ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਉੱਤਰ ਦਿੱਤਾ ਹੈ ਜੀ। ਇਹ ਨਾ ਲਖੋ ਉਜਾਰ ਮਹਾਨ। ਕਹਿਣ ਲੱਗੇ ਮਰਦਾਨਾ ਜੀ, ਇਸ ਜਗ੍ਹਾ ਨੂੰ ਉਜਾੜ ਨਾ ਸਮਝੋ, ਇਸ ਜਗ੍ਹਾ ਨੂੰ ਬੀਆਬਾਨ ਜੰਗਲ ਨਾ ਸਮਝੋ, ਇਹਨੂੰ ਜਿਹੜਾ ਹੈ ਉਦਿਆਨ ਨਾ ਕਹੋ ਜੀ। ਬੜੋ ਨਗਰ ਵਸਦੀ ਅਬਰਾਮ। ਇਹ ਤਾਂ ਇਸ ਤਰ੍ਹਾਂ ਪ੍ਰਤੀਤ ਕਰੋ, ਇਹ ਬੜਾ ਵੱਡਾ ਨਗਰ ਹੈ, ਇਹਦੇ ਵਿੱਚ ਜਿਹੜਾ ਵੀ ਕੋਈ ਵਸ ਰਿਹਾ ਹੈ ਜੀ। ਸਿਮਰਨ ਹੋਤ ਜਹਾਂ ਸਤਨਾਮ। ਮੇਰੇ ਘਰ ਦੇ ਅੰਦਰ ਇਹੋ ਜਿਹੇ ਬੀਆਬਾਨ ਇਲਾਕੇ ਨੂੰ ਬੀਆਬਾਨ ਇਲਾਕਾ ਨਹੀਂ ਕਿਹਾ ਜਾ ਸਕਦਾ। ਇੱਥੇ ਜੇ ਕੋਈ ਬੰਦਗੀ ਵਾਲਾ ਬੈਠਾ ਹੈ, ਜੇ ਕੋਈ ਬੰਦਗੀ ਕਰ ਰਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਦਾਨਾ ਜੀ, ਤੇ ਫਿਰ ਜਿਹੜਾ ਹੈ ਇਹ ਬੀਆਬਾਨ ਜੰਗਲ ਨਹੀਂ ਹੈ। ਜਿਹ ਪਰਮੇਸ਼ਰ ਚਿਤ ਨਾ ਆਵੇ। ਬੀਆਬਾਨ ਜੰਗਲ ਕਿਹੜਾ ਹੈ? ਜਿੱਥੇ ਪਰਮੇਸ਼ਰ ਜਿਹੜਾ ਹੈ ਉਹ ਚਿੱਤ ਦੇ ਵਿੱਚ ਨਾ ਆਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਮਰਦਾਨਾ ਨੂੰ ਸਮਝਾ ਰਹੇ ਨੇ, ਇਹ ਭਾਈ ਦੇਖੋ, ਜਹ ਪਰਮੇਸ਼ਰ ਚਿਤ ਨਾ ਆਵੇ, ਜਿੱਥੇ ਪਰਮਾਤਮਾ ਦਾ ਨਾਮ ਚੇਤਾ ਨਾ ਕੀਤਾ ਜਾਵੇ ਜੀ, ਸੋ ਵਸ ਜੀਉ ਧਿਆਨ ਲਖਾਵੇ।
ਤੇ ਉਹ ਵਸਦੀ ਹੋਏ ਨਗਰੀ ਵੀ ਸਾਡੇ ਲਈ ਜਿਹੜਾ ਹੈ ਬੀਆਬਾਨ ਜੰਗਲ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜੈਤਸਰੀ ਰਾਗ ਦੇ ਅੰਦਰ ਜਿਹੜੀ ਵਾਰ ਉਚਾਰੀ ਹੈ ਉਹਦੇ ਵਿੱਚ ਪਾਵਨ ਪਵਿੱਤਰ ਸ਼ਲੋਕ ਅੰਕਿਤ ਕੀਤਾ ਹੈ। ਇਹਨਾਂ ਪੰਕਤੀਆਂ ਦੇ ਪਰਥਾਏ ਧਿਆਨ ਦੇਣਾ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੋਈ ਸਵਰਗ ਵਰਗੇ ਦੇਸ਼ਾਂ ਦੇ ਵਿੱਚ ਵਸਦਾ ਹੋਵੇ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਇੱਥੋਂ ਤੱਕ ਉਹ ਸਮੁੱਚੇ ਬ੍ਰਹਮੰਡ ਦੇ ਉੱਤੇ ਆਪਣਾ ਰਾਜ ਭਾਗ ਜਿਹੜਾ ਹੈ ਕਾਇਮ ਕਰ ਲਵੇ, ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦਾ ਜਿਹੜਾ ਹੈ ਉਹ ਮਾਲਕ ਸਮਝ ਲਵੇ। ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਨੀ ਉਦਿਆਨ ਭਰਮਨ ਹੈ। ਪਰ ਜੇ ਕਿਤੇ ਰੱਬ ਹਿਰਦੇ ਦੇ ਵਿੱਚੋਂ ਵਿਸਰ ਚੁੱਕਾ ਹੈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਵਿਸਰ ਚੁੱਕਾ ਹੈ, ਬਿਸਰੰਤ ਹਰ ਗੋਪਾਲੇ ਨਾਨਕ ਹੈ ਭਾਈ, ਉਹ ਜਗ੍ਹਾ ਜਿਹੜੀ ਹੈ ਉਹਨੂੰ ਬੀਆਬਾਨ ਜੰਗਲ ਸਮਝ ਲਵੋ, ਬੀਆਬਾਨ ਰਸਤਾ ਸਮਝ ਲਵੋ, ਜਿਹਦੇ ਵਿੱਚ ਮਨੁੱਖ ਜਿਹੜਾ ਹੈ ਫਸ ਜਾਂਦਾ ਹੈ ਪਰ ਨਿਕਲਣ ਦਾ ਕੋਈ ਰਸਤਾ ਨਹੀਂ ਮਿਲਦਾ। ਕੋਤਕ ਕੋਟ ਤਮਾਸ਼ਿਆ ਚਿਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ ਹੈ, ਉਜੜ ਸੋਈ ਥਾਉ। ਉਹ ਥਾਂ ਜਿਹੜੀ ਹੈ ਉਜਾੜੇ ਦਾ ਘਰ ਹੈ ਪਿਆਰਿਆ, ਜਿਸ ਘਰ ਦੇ ਅੰਦਰ ਰੱਬ ਦੀ ਬੰਦਗੀ ਨਹੀਂ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ। ਮਰਦਾਨਾ ਜੀ ਦੇਖੋ, ਇਹਨੂੰ ਬੀਆਬਾਨ ਜੰਗਲ ਨਾ ਕਹੋ। ਇੱਥੇ ਕੋਈ ਰੱਬ ਦੇ ਪਿਆਰੇ, ਰੱਬ ਦੀ ਬੰਦਗੀ ਵਾਲੇ ਜੇ ਕੋਈ ਬੰਦਗੀ ਕਰਦਾ ਪਿਆ ਹੈ ਤੇ ਇਹ ਬੀਆਬਾਨ ਜੰਗਲ ਵੀ ਸਾਡੇ ਲਈ ਜਿਹੜਾ ਹੈ ਇੱਕ ਘਰ ਦੇ ਸਮਾਨ ਹੈ। ਪਰ ਪ੍ਰਤੱਖ ਰੂਪ ਦੇ ਵਿੱਚ ਜੇ ਕੋਈ ਘਰ ਹੋਵੇ, ਕੋਈ ਹਿਰਦਾ ਰੂਪ ਘਰ ਹੈ ਆਦਿਕ, ਜੇ ਉਹਨਾਂ ਘਰਾਂ ਦੇ ਅੰਦਰ ਬਾਣੀ ਨਹੀਂ ਪੜ੍ਹੀ ਜਾਂਦੀ, ਉਹਨਾਂ ਘਰਾਂ ਦੇ ਅੰਦਰ ਰੱਬ ਦਾ ਨਾਮ ਨਹੀਂ ਨਾ ਲਿਆ ਜਾਂਦਾ, ਜਿਹ ਪਰਮੇਸ਼ਰ ਚਿਤ ਨ ਆਵੇ ਸੋ ਵਸਦੀ ਉਦਿਆਨ ਲਿਖਾਵੇ, ਉਹ ਸਾਡੇ ਲਈ ਇਸ ਤਰ੍ਹਾਂ ਲਿਖ ਲਓ ਮਰਦਾਨਾ ਜੀ, ਉਹ ਇੱਕ ਬੀਆਬਾਨ ਜੰਗਲ ਦੇ ਸਮਾਨ ਹੈ ਜੀ। ਅਰਖ ਨ ਹੋਵੇ ਮਹਾ ਕਦਾਈ, ਤੇ ਉੱਥੇ ਕਦੇ ਵੀ ਫਿਰ ਜਿਹੜੀ ਹੈ ਖੁਸ਼ੀ ਜਿਹੜੀ ਹੈ ਉਹ ਪਨਪਦੀ ਨਹੀਂ ਹੈ ਜੀ। ਜਹਾਂ ਨਾ ਕਬਹੂ ਪ੍ਰਭ ਗੁਣ ਗਾਈ, ਜਿੱਥੇ ਕਦੇ ਵੀ ਪ੍ਰਭੂ ਦੇ ਗੁਣ ਜਿਹੜੇ ਨੇ ਉਹ ਗਾਏ ਨਹੀਂ ਜਾਂਦੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਤਾਂ ਜੀਵਨ ਇਸ ਤਰ੍ਹਾਂ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਧਾਣੀਆਂ ਤਿਉ ਮੱਥੈ ਧਰਮ ਰਾਏ। ਉੱਥੇ ਤਾਂ ਮੇਰੇ ਮਾਲਕ ਦੇ ਘਰ ਦੇ ਵਿੱਚ ਹਰ ਬਿਸਰਤ ਸਦਾ ਖੁਆਰੀ, ਤਾਂਕੋ ਧੋਖਾ ਕਹਾਂ ਵਿਆਪੈ, ਜਾਂਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਉਹ ਤੇ ਸੱਪ ਦੇ ਸਮਾਨ ਹੈ ਫਿਰ ਇਹੋ ਜਿਹਾ ਘਰ, ਇਹੋ ਜਿਹਾ ਹਿਰਦਾ ਜਿਹਦੀ ਆਰਜਾ ਬੜੀ ਵੱਡੀ ਹੋ ਜਾਂਦੀ ਹੈ, ਪਰ ਸੱਪ ਕੁੰਚ ਛੋੜੈ ਬਿਖ ਨਹੀਂ ਛਾੜੈ। ਸੱਪ ਉਹ ਆਪਣੇ ਕੱਪੜੇ ਤਾਂ ਉਤਾਰ ਦਿੰਦਾ ਹੈ, ਕੁੰਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਾਹ ਤਾਂ ਦਿੰਦਾ ਹੈ, ਪਰ ਕਦੇ ਵੀ ਉਹ ਸੱਪ ਭਾਵੇਂ ਮਰ ਜਾਵੇ ਗੁਰ ਕੀ ਸੰਗਤ ਜੀ, ਉਹਦਾ ਅੰਦਰਲਾ ਜ਼ਹਿਰ ਜਿਹੜਾ ਹੈ ਉੱਦਾਂ ਹੀ ਭਰਿਆ ਰਹਿ ਜਾਂਦਾ ਹੈ। ਇਹ ਹੈ ਮਨਮੁਖ ਬੰਦੇ ਦੀ ਕਹਾਣੀ। ਧਿਆਨ ਦੇਣਾ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰਾ ਸਾਡੇ ਪਰਿਵਾਰਾਂ ਵੱਲ ਹੈ, ਸਾਡੇ ਬੱਚਿਆਂ ਵੱਲ ਹੈ। ਜਿਨ੍ਹਾਂ ਘਰਾਂ ਦੇ ਅੰਦਰ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਗਿਆ, ਕਦੀ ਜਪਜੀ ਦਾ ਪਾਠ ਹੀ ਨਹੀਂ ਕੀਤਾ, ਸ਼ਾਮਾਂ ਦੀ ਸੋਦਾਰ ਰਾਤ ਦਾ ਕੀਰਤਨ ਸੁਹਲੇ ਦੀ ਬਾਣੀ ਜਿਨ੍ਹਾਂ ਨੇ ਕਦੀ ਪੜ੍ਹੀ ਨਹੀਂ, ਮੇਰੇ ਮਾਲਕ ਕਹਿੰਦੇ ਨੇ ਉਹ ਘਰ ਨਹੀਂ, ਉਹ ਹਿਰਦਾ ਰੂਪੀ ਘਰ ਵੀ ਨਹੀਂ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਦਾ ਨਾਮ ਨਾ ਹੋਵੇ, ਉਹ ਬੀਆਬਾਨ ਜੰਗਲ ਹੈ। ਬਾਣੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਉਹ ਚੱਲਦੇ ਫਿਰਦੇ ਭੂਤ ਨੇ ਉਹ ਘਰਾਂ ਦੇ ਵਾਸੀ। ਧਿਆਨ ਦੇਣਾ, ਤੇ ਘਰ ਮਰਹਟ ਸਾੜ ਕੇ ਭੂਤ ਬਸੈ ਖਿਨ ਮਾਹੇ।
ਜਿਨ੍ਹਾਂ ਘਰਾਂ ਦੇ ਵਿੱਚ ਹੁਣ ਆਪਾਂ ਕਹਿ ਲਈਏ ਆਪਾਂ ਸਿੱਖ ਹਾਂ, ਮੁਬਾਰਕ ਹੈ, ਕਿਉਂਕਿ ਸਿੱਖਾਂ ਦੇ ਘਰਾਂ 'ਚ ਜਨਮ ਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਦਿ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਹੈ ਕਿ ਆਪਾਂ ਇਹਨੂੰ ਹੀ ਜਿਹੜਾ ਹੈ ਗੁਰੂ ਮੰਨਣਾ ਹੈ। ਹੁਣ ਇਹ ਸਾਡਾ ਗੁਰੂ ਹੈ। ਖੁਸ਼ੀ ਦੇ ਗਮੀ ਦੇ ਸਮਿਆਂ ਦੇ ਉੱਤੇ ਤਾਂ ਆਪਾਂ ਜਿਹੜਾ ਹੈ ਇਹਨੂੰ ਆਪਣੇ ਘਰਾਂ 'ਚ ਵੀ ਖੜਦੇ ਹਾਂ ਕਿ ਆਪਾਂ ਪ੍ਰੋਗਰਾਮ ਕਰਾ ਲਈਏ, ਸੁਖਮਨੀ ਕਰਾ ਲਈਏ, ਅਖੰਡ ਪਾਠ ਕਰਾ ਲਈਏ, ਸਹਿਜ ਪਾਠ ਕਰਾ ਲਈਏ ਆਦਿ। ਮੁਬਾਰਕ ਹੈ ਇੱਦਾਂ ਕਰਨਾ, ਪਰ ਜੇ ਕਿਤੇ ਇਹ ਧਰਮ ਦੇ ਨਾਂ ਦੇ ਉੱਤੇ ਪਖੰਡਵਾਦ ਵਾਂਗੂ ਕਰਮਕਾਂਡ ਹੋ ਰਹੇ ਨੇ ਤੇ ਫਿਰ ਮੁਬਾਰਕ ਨਹੀਂ ਹੈ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਭਾਵ ਸਿਰਫ ਆਪਣੀ ਲੋੜ ਪੈਣ ਤੇ ਹੀ ਰੱਬ ਨੂੰ ਵਰਤਿਆ ਜਾ ਰਿਹਾ ਹੈ ਤੇ ਫਿਰ ਪਿਆਰਿਆ ਰੱਬ ਜਿਹੜਾ ਹੈ ਤੇਰੇ ਤੋਂ ਖੁਸ਼ ਨਹੀਂ ਹੁੰਦਾ। ਜਿਨ੍ਹਾਂ ਘਰਾਂ ਦੇ ਅੰਦਰ ਬਾਣੀ ਨਹੀਂ ਨਾ ਪੜ੍ਹੀ ਜਾਂਦੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਪਿਆਰਿਓ, ਉਹਨਾਂ ਘਰਾਂ ਦੇ ਵਿੱਚ ਵਸਦਾ ਹੋਇਆ ਹਰ ਇੱਕ ਜੀਵ ਜਿਹੜਾ ਹੈ ਉਹ ਭੂਤ ਹੈ। ਧੀ ਜਨੋਰਾ, ਭੂਤ ਜਨੋਰੀ, ਜੋਰੂ ਜਿਨ੍ਹਾਂ ਦਾ ਸਿਕਦਾਰ, ਹਰ ਇੱਕ ਮੈਂਬਰ ਜਿਹੜਾ ਹੈ ਭੂਤ ਦੇ ਸਮਾਨ ਹੈ। ਉੱਥੇ ਭਾਵੇਂ ਧੀ ਹੋਵੇ, ਉੱਥੇ ਭਾਵੇਂ ਪੁੱਤ ਹੋਵੇ, ਉੱਥੇ ਆਪਣੀ ਘਰ ਦੀ ਹੋਵੇ ਜਾਂ ਉਹ ਆਪ ਹੋਵੇ, ਕੋਈ ਵੀ ਹੋਵੇ, ਜੇ ਉਹਨਾਂ ਘਰਾਂ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਉਹ ਸਾਰੇ ਚੱਲਦੇ ਫਿਰਦੇ ਭੂਤ ਨੇ, ਫਿਰ ਭੂਤ ਬਾਹਰੋਂ ਨਹੀਂ ਲੈਣ ਜਾਂਦੇ। ਦੂਸਰਾ ਪੱਖ ਹੈ, ਜਿਨ੍ਹਾਂ ਘਰਾਂ ਦੇ ਅੰਦਰ ਮੇਰੇ ਮਾਲਕ ਨੇ ਬੰਦਗੀ ਦਿੱਤੀ ਹੋਈ ਹੈ, ਜਿਹੜੇ ਨਿਤਨੇਮੀ ਹਨ, ਉਹਨਾਂ ਦਾ ਜੀਵਨ ਵੀ ਮੇਰੇ ਮਾਲਕ ਨੇ ਬਾਣੀ 'ਚ ਬਿਆਨ ਕੀਤਾ ਹੈ। ਘਰ ਮੰਦਰ ਹਟ ਨਾਲੈ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ। ਜਿਨ੍ਹਾਂ ਹਿਰਦਿਆਂ ਰੂਪੀ ਘਰਾਂ ਦੇ ਅੰਦਰ ਪ੍ਰਤੱਖ ਰੂਪ ਜਿਹੜੇ ਧਰਤੀ 'ਤੇ ਘਰ ਆਪਾਂ ਬਣਾਉਂਦੇ ਹਾਂ ਰਹਿਣ ਵਾਸਤੇ, ਉਹਨਾਂ ਮਹੱਲਾਂ ਦੇ ਅੰਦਰ ਉਹ ਮਨੁੱਖ ਜਿਹੜਾ ਹੈ ਬੰਦਗੀ ਕਰ ਰਿਹਾ ਹੈ ਤੇ ਉਹ ਸੋਭਨੀਕ ਹਨ। ਉਹ ਘਰ ਜਿਹੜੇ ਨੇ ਸੁਚੱਜੇ ਹਨ, ਉਹ ਘਰ ਜਿਹੜੇ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੇ ਨੇ ਪ੍ਰਵਾਨੇ ਗਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ, ਮੇਰੇ ਲਈ ਉਹ ਬੀਆਬਾਨ ਜੰਗਲ ਨਹੀਂ ਜਿਹੜਾ ਪ੍ਰਤੱਖ ਰੂਪ ਦੇ ਵਿੱਚ ਦਿਖਦਾ ਪਿਆ ਹੈ ਕਿ ਇਹ ਜੰਗਲ ਰੂਪੀ ਇਲਾਕਾ ਹੈ, ਪਰ ਉਸ ਘਰ ਦੇ ਅੰਦਰ ਕਿਤੇ ਬੰਦਗੀ ਹੋ ਰਹੀ ਹੈ ਤੇ ਫਿਰ ਉਹ ਬੀਆਬਾਨ ਨਹੀਂ। ਤੇ ਜਿਨ੍ਹਾਂ ਘਰਾਂ ਦੇ ਹੁੰਦਿਆਂ ਵੀ ਉਹਨਾਂ ਘਰਾਂ ਦੇ ਵਿੱਚ ਬੰਦਗੀ ਨਾ ਹੋਵੇ ਤੇ ਫਿਰ ਜਿਹੜਾ ਹੈ ਉਹ ਜਿਹੜੇ ਦੇ ਚੱਲਦਾ ਫਿਰਦਾ ਹੀ ਜਿਹੜਾ ਹੈ ਉਹ ਬੀਆਬਾਨ ਜੰਗਲ ਹੈ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਜਿਹੜੇ ਬੰਦਗੀ ਕਰਨ ਵਾਲੇ ਹਨ ਉਹਨਾਂ ਨੇ ਕਦੀ ਵੀ ਜਿਹੜਾ ਹੈ ਅੰਮ੍ਰਿਤ ਵੇਲਾ ਜਿਹੜਾ ਹੈ ਆਪਣਾ ਖੰਜਾਉਣਾ ਨਹੀਂ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਰੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਨੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਉਹਨਾਂ ਦੇ ਜੀਵਨ ਦਾ ਉਦੇਸ਼ ਹੀ ਇਹੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਮਾਲਕ ਦੇ ਘਰ ਦੇ ਵਿੱਚ ਉਹ ਪ੍ਰਵਾਨੇ ਜਾਂਦੇ ਨੇ। ਭਾਈ ਮਰਦਾਨਾ ਜੀ ਸੁਣੋ, ਉਹ ਹਰਖ ਨਾ ਹੋਵੈ ਤਹਾਂ ਕਦਾਈ। ਉਹਨਾਂ ਘਰਾਂ ਦੇ ਅੰਦਰ ਕਦੀ ਵੀ ਕੋਈ ਖੁਸ਼ੀ ਨਹੀਂ। ਜਹਾਂ ਨ ਕਬਹੂ ਪ੍ਰਭ ਗੁਣ ਗਾਈ, ਜਿੱਥੇ ਪ੍ਰਭੂ ਦੇ ਗੁਣ ਜਿਹੜੇ ਕਦੀ ਗਾਏ ਨਹੀਂ ਜਾਂਦੇ ਜੀ। ਦੋਹਰਾ ਸਿੱਧ ਸਾਧ ਜੋਗੀ, ਜਤੀ ਤਪੀ ਚਹਿਤ ਸਭ ਨਾਮ। ਸੰਸਾਰ ਦੇ ਉੱਤੇ ਭਾਈ ਮਰਦਾਨਾ ਜੀ ਕੋਈ ਸਿੱਧ ਆਪਣੇ ਆਪ ਨੂੰ ਅਖਵਾਇਆ, ਕੋਈ ਸਾਧ ਤੇ ਕੋਈ ਜੋਗੀ, ਕੋਈ ਜਤੀ ਤੇ ਕੋਈ ਤਪੀ ਜਿਹੜੇ ਸਨ, ਉਹਨਾਂ ਹਰ ਇੱਕ ਨੇ ਜਿਹੜੀ ਹੈ ਉਹ ਨਾਮ ਦੀ ਹੀ ਚਾਹਨਾ ਜਿਹੜੀ ਹੈ ਉਹ ਮੰਗੀ ਹੈ ਜੀ। ਜਗ ਕੇ ਸਵਾਦ ਵਿਸਾਰ ਕੇ ਤਿਆਗ ਗਏ ਨਿਜ ਧਾਮ। ਤੇ ਇਹੋ ਜਿਹੇ ਜਿਹੜੇ ਜਤੀ ਸਨ, ਸਿੱਧ ਸਨ, ਜੋਗੀ ਸਨ ਆਦਿਕ, ਨਾਮ ਦੀ ਚਾਹਨਾ ਨੂੰ ਪ੍ਰਮੁੱਖ ਰੱਖਦਿਆਂ ਹੋਇਆ ਉਹਨਾਂ ਨੇ ਜਗ ਕੇ ਸਵਾਦ ਵਿਸਾਰ ਕੇ, ਜਗਤ ਦੇ ਸਵਾਦਾਂ ਨੂੰ ਜਿਹੜਾ ਹੈ ਉਹ ਵਿਸਾਰ ਕਰਕੇ ਕੀ ਕੀਤਾ, ਗਏ ਨਿਜ ਧਾਮ
ਉਹ ਆਪਣੇ ਆਪਣੇ ਘਰਾਂ ਨੂੰ ਛੱਡ ਕੇ ਜਿਹੜੇ ਸਨ ਰੱਬ ਦੀ ਖੋਜ ਦੇ ਵਿੱਚ ਲੱਗ ਚੁੱਕੇ ਸਨ ਜੀ। ਸੋਰ ਠਾਰੀ ਦਿਨ ਪ੍ਰੇਮ ਸਮਾਏ ਸ੍ਰੀ ਨਾਨਕ ਤਨ ਭਗਤ ਤਾਰ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਆਂਦੇ ਹਿਰਦੇ ਵਿੱਚ ਪ੍ਰੇਮ ਸਮੁੰਦਾ ਨਹੀਂ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਜੀ ਦੇ ਜਦੋਂ ਇਹ ਬਚਨ ਕਹੇ ਨਾ, ਹਿਰਦੇ ਵਿੱਚ ਪ੍ਰੇਮ ਸਮੁੰਦਾ ਨਹੀਂ ਸੀ। ਸ਼੍ਰੀ ਗੁਰੂ ਨਾਨਕ ਜੀ ਨੇ ਸਰੀਰ ਵਿੱਚ ਆਪਣੇ ਜਿਹੜਾ ਹੈ ਉਹ ਭਗਤੀ ਜਿਹੜੀ ਹੈ ਸੰਪੂਰਨ ਤੌਰ ਤੇ ਜਿਹੜੀ ਹੈ ਧਾਰਨ ਕਰ ਲਈ ਹੈ ਜੀ। ਆਸਾ ਰਾਗ ਉਠਾਏ ਗਾਇਓ ਸ਼ਬਦ ਬਣਾਏ ਗਏ। ਜਦੋਂ ਇਹ ਉਪਦੇਸ਼ ਦਿੱਤਾ ਨਾ ਭਾਈ ਮਰਦਾਨੇ ਨੂੰ, ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੱਲਾ ਸਾਡੇ ਕਹਿਣ ਦੇ ਮੁਤਾਬਕ ਨਹੀਂ, ਆ ਤੈਨੂੰ ਹੁਣ ਬਾਣੀ ਦੀ ਪੱਕੀ ਮੋਹਰ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਮ ਦੇ ਵਿੱਚ ਜੋੜਿਆ ਉਹਨਾਂ ਦੀ ਗਿਣਤੀ ਜਿਹੜੀ ਹੈ ਕਿਸ ਤਰ੍ਹਾਂ ਬਾਣੀ ਦੇ ਜਿਹੜੀ ਉਹ ਆ ਰਹੀ ਹੈ। ਰਾਗ ਆਸਾ ਹੈ ਤੇ ਰਾਗ ਆਸਾ ਜੀ ਦੇ ਵਿੱਚ ਘਰ ਚੌਥੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰ ਕੀ ਸੰਗਤ ਜੀ ਹੁਣ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਹੈ ਉਚਾਰਨਾ ਕੀਤਾ ਹੈ ਜੀ। ਆਸਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ। ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ। ਦੇਵਤਿਆਂ ਦਾ ਇੱਥੇ ਜਿਹੜਾ ਅਰਥ ਹੈ ਉਹ ਦਰਵੇਸ਼ ਬੰਦਿਆਂ ਵਾਸਤੇ ਆਇਆ ਹੈ। ਆਪਾਂ ਆਮ ਬੋਲੀ ਵਿੱਚ ਕਹਿ ਦਿੰਦੇ ਨਾ, ਇਹ ਮਨੁੱਖ ਜਿਹੜਾ ਹੈ ਬੜਾ ਭਲਾ ਹੈ, ਇਹਨੂੰ ਕਦੀ ਵੀ ਚਤਰਾਈ ਜਾਂ ਚਲਾਕੀ ਕਰਦਿਆਂ ਦੇਖਿਆ ਨਹੀਂ, ਇਹ ਭਲਾ ਮਾਨਸ ਬੰਦਾ ਹੈ। ਤੇ ਹੋਰ ਅੱਗੇ ਵੱਧ ਜਾਈਏ ਤੇ ਕਈ ਵਾਰ ਉਸ ਭਲੇ ਮਨੁੱਖ ਵਾਸਤੇ ਜੇ ਕੋਈ ਗਲਤ ਅਲਫਾਜ਼ ਬੋਲ ਦਵੇ ਨਾ, ਤੇ ਉੱਥੇ ਦੂਸਰਾ ਫਿਰ ਲਾਗੇ ਖਲੋਤਾ ਮਨੁੱਖ ਇਸ ਤਰ੍ਹਾਂ ਗੱਲ ਕਰਦਾ ਹੈ, ਕਹਿਣ ਲੱਗੇ ਭਲਿਆ ਨਾ, ਇਹ ਤੇ ਬੰਦਾ ਦੇਵਤਾ ਹੈ, ਇਹ ਤੇ ਬੰਦਾ ਦਰਵੇਸ਼ ਹੈ, ਇਹਨੂੰ ਨਾ ਮਾੜਾ ਚੰਗਾ ਜਿਹੜਾ ਬੋਲਿਆ ਕਰ, ਇਹ ਤਾਂ ਸਿੱਧਾ ਸਾਦਾ ਬੰਦਾ ਹੈ, ਰੱਬ ਦੀ ਬੰਦਗੀ ਵਾਲਾ, ਰੱਬ ਦੀ ਬੰਦਗੀ ਦੇ ਵਿੱਚ ਲੱਗਾ ਰਹਿੰਦਾ ਹੈ, ਇਹ ਦੇਵਤਾ ਹੀ ਹੈ, ਇਹਨੂੰ ਨਹੀਂ ਮਾੜਾ ਕਹਿਣਾ, ਇਹ ਦੇਵਤਿਆਂ ਵਰਗਾ ਹੀ ਲੱਗਦਾ ਹੈ। ਇਹੋ ਜਿਹੇ ਦਰਵੇਸ਼ ਮਨੁੱਖਾਂ ਬਾਰੇ ਇਹ ਇੱਥੇ ਦੇਵਤਿਆਂ ਜਿਹੜਾ ਅਲਫਾਜ਼ ਹੈ ਉਹ ਵਰਤਿਆ ਗਿਆ ਹੈ। ਕਹਿ ਲੱਗੇ ਜਿਹੜੇ ਬੰਦਗੀ ਵਾਲੇ ਮਨੁੱਖ ਹਨ, ਜਿਹੜੇ ਦੇਵਤਿਆਂ ਦੇ ਸਮਾਨ ਹਨ, ਕਿਉਂਕਿ ਜਦੋਂ ਤੁਸੀਂ ਬਾਣੀ ਪੜ੍ਹੋਗੇ ਨਾ ਤੇ ਬਾਣੀ ਦੇ ਅੰਦਰ ਮੇਰੇ ਮਾਲਕ ਨੇ ਸਾਫ਼ ਜਿਹੜੀ ਹੈ ਮੋਹਰ ਲਾਈ ਹੈ ਗੁਰੂ ਦੇ ਉੱਤੇ। ਕਹਿਣ ਲੱਗੇ ਗੁਰੂ ਇਹੋ ਜਿਹਾ ਹੈ ਜਿਨੇ ਛਿਨ ਭਰ ਦੇ ਅੰਦਰ ਜਿਨ ਮਾਨਸ ਤੇ ਦੇਵਤੇ ਕੀਏ, ਛਿਨ ਭਰ ਦੇ ਅੰਦਰ ਮਨੁੱਖਾਂ ਤੋਂ ਜਿਹੜਾ ਹੈ ਉਹਨਾਂ ਮਨੁੱਖਾਂ ਨੂੰ ਦੇਵਤਿਆਂ ਜਿਹੜਾ ਹੈ ਉਹ ਬਣਾ ਦਿੱਤਾ, ਭਾਵ ਦਰਵੇਸ਼ ਪੁਰਖ ਰੱਬੀ ਪੁਰਖ ਬਣਾ ਦਿੱਤਾ, ਜੋ ਰੱਬ ਦੇ ਭੈ ਤੇ ਭਾਵਨੀ ਦੇ ਵਿੱਚ ਰਹਿਣ ਵਾਲੇ ਸਨ, ਕਦੀ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ। ਉਹਨਾਂ ਦਾ ਕਰਮ ਇਹੀ ਰਿਹਾ ਕਿ ਕੋਈ ਵੀ ਸੰਸਾਰ ਦੇ ਉੱਤੇ ਉਹਨਾਂ ਨੂੰ ਕੁਝ ਕਵੇ, ਉਹਨਾਂ ਨੇ ਆਪਣਾ ਮਾਰਗ ਨਹੀਂ ਛੱਡਿਆ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਦਰਵੇਸ਼ ਪੁਰਖਾਂ ਦਾ ਇੱਥੇ ਜੀਵਨ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੱਸਣ ਲੱਗੇ ਨੇ। ਕਹਿਣ ਲੱਗੇ ਦੇਵਤਿਆਂ ਦਰਸ਼ਨ ਕੇ ਤਾਈ, ਆਂਦੇ ਜਿਹਨਾਂ ਨੂੰ ਰੱਬ ਦੇ ਦਰਸ਼ਨਾਂ ਦੀ ਚਾਹਨਾ ਸੀ ਨਾ, ਉਹਨਾਂ ਨੇ ਕੀ ਕੀਤਾ ਆਪਣੇ ਜੀਵਨ ਦੇ ਵਿੱਚ, ਦੁੱਖ ਭੂਖ ਤੀਰਥ ਕੀਏ। ਹੁਣ ਤੀਰਥ ਮਾੜੇ ਨਹੀਂ ਸਨ, ਪਰ ਤੀਰਥਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਅਪਣਾਇਆ ਗਿਆ ਕਿ ਕਰਮਕਾਂਡੀ ਜਿਹੜਾ ਹੈ ਉਹ ਬਣਾ ਦਿੱਤਾ ਗਿਆ, ਤੇ ਤੀਰਥ ਅੱਜ ਮਾੜੇ ਵੀ ਗਿਣੇ ਗਏ। ਹੁਣ ਉਹਨਾਂ ਹੀ ਤੀਰਥਾਂ ਦੇ ਉੱਤੇ ਬਾਬਾ ਕਬੀਰ ਸਾਹਿਬ ਜੀ, ਬਾਬਾ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕੀਤਾ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਕਾਰਯੋਗ ਭਗਤਾਂ ਦੇ ਵਿੱਚ ਗਿਣੇ ਜਾਂਦੇ ਨੇ। ਇੱਥੇ ਗੋਪੀਨਾਥ ਵਰਗੇ, ਇੱਥੇ ਮੰਗਲਨਾਥ ਵਰਗੇ ਇਹੋ ਜਿਹੇ ਜਤੀ ਜੋਗੀ ਸੰਨਿਆਸੀ ਹੋਏ
ਜਿਨ੍ਹਾਂ ਨੇ ਆਪਣਾ ਜੀਵਨ ਜਿਹੜਾ ਹੈ ਵਿਸ਼ਿਆਂ ਵਿਕਾਰਾਂ ਤੋਂ ਉਪਰਾਮ ਕੀਤਾ, ਦੁਨੀਆ ਦੇ ਦੁੱਖਾਂ ਨੂੰ, ਦੁਨੀਆ ਦੀ ਭੁੱਖ ਨੂੰ ਝੱਲਦਿਆਂ ਹੋਇਆਂ ਉਹ ਆਪਣਾ ਰੱਬ ਦੀ ਬੰਦਗੀ ਦੇ ਵੱਲ ਜਿਹੜੇ ਸਨ ਜੁੜ ਗਏ ਸਨ ਜੀ। जोगी जति जुगत में रहते कर कर भगवे पेख पाए। कहते ਜਿਹੜੇ ਜੋਗੀ ਸਨ, ਜਿਹੜੇ ਜਤੀ ਸਨ, ਜਿਹੜੇ ਜੁਗਤ ਦੇ ਨਾਲ ਤਪਾਂ ਨੂੰ ਜਿਹੜੇ ਸਨ ਉਹ ਸਾਧਦੇ ਸਨ। ਹੁਣ ਹਰ ਕੋਈ ਜੋਗੀ ਜਿਹੜਾ ਸੀ ਉਹ ਮਾੜਾ ਨਹੀਂ ਸੀ। ਹਾਲਾਂਕਿ ਜਦੋਂ ਤੁਸੀਂ ਸਿੱਧ ਗੋਸ਼ਟ ਬਾਣੀ ਪੜ੍ਹੋਗੇ, ਮੇਰੇ ਮਾਲਕ ਨੇ ਉੱਥੇ ਜੋਗੀਆਂ ਦੇ ਨਾਲ, ਸਿੱਧਾਂ ਦੇ ਨਾਲ ਜਿਹੜੀ ਹੈ ਵਿਚਾਰ ਚਰਚਾ ਕੀਤੀ, ਤੇ ਜਦੋਂ ਵਿਚਾਰ ਚਰਚਾ ਦੇ ਅੰਦਰ ਜੋਗੀ ਜਿਹੜੇ ਸਨ, ਸਿੱਧ ਜਿਹੜੇ ਸਨ ਨਿਰੰਤਰ ਹੋ ਗਏ, ਤੇ ਉਹਨਾਂ ਨੇ ਆਪ ਹੀ ਬਚਨ ਕਹੇ ਨੇ, ਸਿੱਧ ਬੋਲਨ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਉਹ ਤੇ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਝੁਕ ਗਏ। ਇਸ ਕਰਕੇ ਉੱਥੇ ਇੱਕ ਦੋ ਜਾਣਿਆਂ ਦੇ ਜਦੋਂ ਨਾਮ ਆਉਂਦੇ ਹਨ, ਉੱਥੇ ਸਾਹਿਬ ਜੀ ਕਹਿੰਦੇ ਪਏ ਕੋਈ ਜੋਗੀ ਸੀ, ਜਤੀ ਸੀ, ਹੁਣ ਜੁਗਤ ਦੇ ਵਿੱਚ ਰਹਿੰਦੇ ਸਨ, ਤੇ ਕੀ ਹੋਇਆ, ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਪਏ। ਉਹਨਾਂ ਨੇ ਆਪਣੇ ਭਗਵੇ ਭੇਖ ਕਰ ਲਏ ਤੇ ਰੱਬ ਦੀ ਪ੍ਰਾਪਤੀ ਵੱਲ ਜਿਹੜੇ ਨੇ ਹੋ ਤੁਰੇ ਸਨ ਜੀ। ਰੰਗ ਰਤੇ, ਉਹਦਾ ਇੱਕੋ ਹੀ ਕਾਰਨ ਸੀ ਮੇਰੇ ਮਾਲਕ, ਤੋ ਸਾਹਿਬਾ ਰੰਗ ਰਤੇ। ਸਿਰਫ ਉਹਨਾਂ ਨੂੰ ਤੇਰਾ ਪਿਆਰ ਜਿਹੜਾ ਸੀ ਉਹ ਚਾਹੀਦਾ ਸੀ। ਉਹ ਤੇਰੇ ਪਿਆਰ ਦੇ ਵਿੱਚ ਜਿਹੜੇ ਸਨ ਰਤੇ ਹੋਏ, ਤੇਰੀ ਖੋਜ ਦੇ ਵਿੱਚ ਜਿਹੜੇ ਸਨ ਤੁਰ ਪਏ ਸਨ ਜੀ। ਤੇਰੇ ਨਾਮ ਅਨੇਕਾਂ ਰੂਪ ਅਨੰਤ ਕਹਿ ਨਾ ਜਾਈ, ਤੇਰੇ ਗੁਣ ਕੇਤੇ। ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨਾ ਜਾਈ, ਤੇਰੇ ਗੁਣ ਕੇਤੇ। हे ਮੇਰੇ ਮਾਲਕ ਜੀ, ਤੇਰੇ ਕਿੰਨੇ ਕੇ ਨਾਮ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਕੋਈ ਰਾਮ ਕਹਿ ਰਿਹਾ ਹੈ, ਕੋਈ ਅੱਲਾ ਕਹਿ ਰਿਹਾ ਹੈ, ਕੋਈ ਖੁਦਾ ਕਹਿ ਰਿਹਾ ਹੈ, ਕੋਈ ਵਾਹਿਗੁਰੂ ਕਹਿ ਰਿਹਾ ਹੈ, ਕੋਈ ਗੋਪਾਲ ਕਹਿ ਰਿਹਾ ਹੈ, ਕੋਈ ਗੋਬਿੰਦ ਕਹਿ ਰਿਹਾ ਹੈ, ਆਦਿ ਕੋਈ ਬੀਠਲ ਕਹਿ ਰਿਹਾ ਹੈ, ਬੇਅੰਤ ਨਾਮ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਕਹਿਣ ਲੱਗੇ ਤੇਰੇ ਨਾਮ ਅਨੇਕਾਂ ਹਨ, ਰੂਪ ਅਨੰਤਾਂ। ਤੇਰੇ ਰੂਪ ਵੀ ਜਿਹੜੇ ਨੇ ਉਹ ਬੇਅੰਤ ਨੇ, ਤੇਰੇ ਕਹਿਣ ਨਾ ਜਾਏ, ਤੇਰੇ ਗੁਣ ਕੇਤੇ। ਮੇਰੇ ਮਾਲਕ ਤੇਰੇ ਗੁਣਾਂ ਦਾ ਵੀ ਕੋਈ ਜਿਹੜਾ ਹੈ ਅੰਤ ਨਹੀਂ। ਉਹ ਕਿਹੜੇ ਕਿਹੜੇ ਕੋਈ ਕਹਿ ਲਵੇਗਾ। ਜਿਹਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਗਿਨਹੀ ਲਹੀਏ। ਤੂੰ ਸੁਲਤਾਨ ਕਹਾਂ ਹੋ ਮੀਆਂ, तेरी कबन बढ़ाई, जो तू देह सो कहाँ स्वामी, मैं मूर्ख कहन ना जाई। सुन वड्डा आखे सब कोए, केवट वड्डा डीठा हुए, कीमत पाए न कहया जाए। कहने वाले तेरे रहे समाए, वड्डे मेरे साहिबा गहर गंभीरा, गुनी गहीरा, कोई न जाने तेरा केता केवट जीरा। जिन्हों ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਇਹ ਦੁਨੀਆ ਦੇ ਲੋਗੋ ਇਸ ਗੱਲ ਦੀ ਮੈਂ ਹਾਮੀ ਭਰਦਾ ਹਾਂ ਕਿ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ ਦੀ ਰਚਨਾ ਤੇ ਇਸ ਰਚਨਾ ਦੇ ਵਿੱਚ ਕੀ ਕੀ ਪਿਸਾਰਾ ਕਰ ਦਿੱਤਾ ਹੈ ਉਹ ਅਣਗਿਣਤ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਦੇ ਅੰਦਰ ਇਸ ਗੱਲ ਦੀ ਹੁਣ ਹਾਮੀ ਭਰ ਰਹੇ ਨੇ। ਗੁਰੂ ਕੀ ਸੰਗਤ ਦੀ ਸੁਣੋ, ਉਸ ਪਰਮਾਤਮਾ ਦੇ ਅਨੇਕਾਂ ਹੀ ਨਾਮ ਹਨ ਜੋ ਬਿਆਨ ਨਹੀਂ ਕੀਤੇ ਜਾ ਸਕਦੇ, ਅਨੇਕਾਂ ਹੀ ਰੂਪ ਹਨ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ। ਉਹਦੇ ਕਿਹੜੇ ਕਿਹੜੇ ਗੁਣਾਂ ਦੀ ਵਿਆਖਿਆ ਕਰੀਏ, ਉਹਦੇ ਗੁਣ ਵੀ ਜਿਹੜੇ ਨੇ ਗਿਣੇ ਨਹੀਂ ਜਾ ਸਕਦੇ। ਦਰ ਕਰ ਮਹੱਲਾ ਹਸਤੀ ਘੋੜੇ, ਸੋੜ ਵਲਾਇਤ ਦੇਸ ਗਏ। ਆਪਣੇ ਦਰਾਂ ਨੂੰ ਛੱਡ ਕੇ, ਘਰਾਂ ਨੂੰ ਛੱਡ ਕੇ, ਆਪਣੇ ਹਸਤੀ ਕਹਿੰਦੇ ਨੇ ਹਾਥੀਆਂ ਨੂੰ, ਹਾਥੀਆਂ ਘੋੜੇ ਮਹਲ ਮਾੜੀਆਂ ਨੂੰ ਛੱਡ ਕੇ ਵੱਡੇ ਵੱਡੇ ਰਾਜੇ ਜਿਹੜੇ ਸਨ ਆਪਣਾ ਰਾਜ ਭਾਗ ਤਿਆਗ ਕੇ ਰੱਬ ਦੀ ਖੋਜ ਦੇ ਵਿੱਚ ਲੱਗ ਗਏ ਮਰਦਾਨਾ ਜੀ। ਜਿੱਥੇ ਭਰਥਰੀ ਵਰਗੇ ਜਿਹੜੇ ਸਨ ਆਪਣੇ ਕੰਨਾਂ ਨੂੰ ਪਾੜ ਕਰਕੇ ਵਿੱਚ ਵਾਲੀਆਂ ਪਾ ਕੇ ਉਹ ਜਿਹੜੇ ਸਨ ਸੰਨਿਆਸੀ ਬਣ ਗਏ ਰੱਬ ਦੀ ਖੋਜ ਦੇ ਅੰਦਰ। ਮੇਰੇ ਘਰ ਦੇ ਅੰਦਰ ਉਹ ਵੀ ਕਬੂਲੇ ਗਏ
ਜਿਹੜੇ ਆਪਣਾ ਘਰ-ਬਾਰ ਤਿਆਗ ਕੇ ਵੀ ਜਿਹੜੇ ਨੇ ਰੱਬ ਦੀ ਖੋਜ ਦੇ ਵਿੱਚ ਲੱਗੇ ਸਨ ਜੀ। ਕੀਰਤ ਕਾ ਬਾਰ ਸਾਲਿਕ ਸਾਧਿਕ ਸੋਢੀ ਦੁਨੀਆ ਥਾਏ ਪਏ। ਪੀਰ ਕਹਿੰਦੇ ਨੇ ਜਿਹੜਾ ਗੁਰੂ ਉਪਦੇਸ਼ ਦੇਣ ਵਾਲਾ ਹੁੰਦਾ ਹੈ, ਪੈਗੰਬਰ ਕਹਿੰਦੇ ਨੇ, ਅਵਤਾਰ ਨੂੰ ਸਾਲਕ ਕਹਿੰਦੇ ਨੇ, ਜਿਹੜਾ ਕੋਈ ਰਸਤਾ ਦੱਸਣ ਵਾਲਾ ਹੁੰਦਾ ਹੈ, ਮਾਰਗ ਦਰਸ਼ਨ ਕਰਨ ਵਾਲਾ, ਤੇ ਸਾਧਕ ਕਹਿੰਦੇ ਨੇ ਜਿਹੜਾ ਕੋਈ ਸਿੱਖਿਆ ਦੇਣ ਵਾਲਾ ਹੁੰਦਾ ਹੈ। ਕਹਿਣ ਲੱਗੇ ਪੀਰ, ਪੈਗੰਬਰ, ਸਾਲਕ, ਸਾਧਕ ਆਦਿਕ ਇਹ ਵੀ ਜਿਹੜੇ ਸਨ ਛੋਟੀ ਦੁਨੀਆ ਥਾਏ ਪਏ। ਇਹਨਾਂ ਨੇ ਵੀ ਦੁਨੀਆ ਦਾ ਮੋਹ ਤਿਆਗ ਦਿੱਤਾ ਤੇ ਰੱਬ ਦੇ ਜਿਹੜਾ ਹੈ ਉਹਨੂੰ ਪਾਉਣ ਵਾਸਤੇ ਕਿਸੇ ਥਾਂ ਨੂੰ ਨਿਕਲ ਗਏ ਹਨ ਜੀ। ਸਾਧ ਸਹਿਜ ਸੁਖ ਰਸ ਕਸ ਲਜੀਅਨ ਕਾ ਪਰ ਸੋਡੇ ਚਬਰ ਲੀਏ। ਦੁਨੀਆ ਦੇ ਉੱਤੇ ਇਹੋ ਜਿਹੇ ਵੀ ਮਨੁੱਖ ਆਏ ਜਿਨ੍ਹਾਂ ਨੇ ਰਸਾਂ ਕਸਾਂ ਨੂੰ ਜਿਹੜਾ ਹੈ ਸੁੱਖ ਤੇ ਆਰਾਮ ਦੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਤਿਆਗ ਦਿੱਤਾ ਤੇ ਆਪਣੇ ਸਰੀਰ ਦੇ ਉੱਤੇ ਜਿਹੜੇ ਨੇ ਨਾ ਉਹ ਨਾ ਮਾਤਰ ਕੱਪੜੇ ਪਹਿਨ ਕੇ ਵੀ ਜਿਹੜਾ ਹੈ ਗੁਜ਼ਾਰਾ ਕੀਤਾ ਹੈ ਜੀ। ਦੁਖੀਏ ਦਰਦ ਵਦ ਦਰ ਤੇਰੇ ਨਾਮ ਰਤੇ ਦਰਵੇਸ ਪਏ। ਤੇਰੇ ਦਰ ਦੇ ਉੱਤੇ ਮੇਰੇ ਮਾਲਕ ਦੁਖੀਏ ਦਰਦਵੰਦ ਜਿਹੜੇ ਤੇਰੇ ਨਾਮ ਨੂੰ ਇਹ ਲੋਚਨਾ ਕਰਦੇ ਸਨ, ਉਹਨਾਂ ਨੇ ਨਾਮ ਦੇ ਵਿੱਚ ਰਤਿਆਂ ਹੋਇਆਂ ਨੇ ਉਹ ਦਰਵੇਸ਼ ਬਣ ਗਏ। ਭਾਵ ਤੇਰੇ ਨਾਮ ਨੂੰ ਕਬੂਲ ਕਰਦਿਆਂ ਉਹ ਦਰਵੇਸ਼ੀ ਫਕੀਰੀ ਜੀਵਨ ਜਿਹੜਾ ਸੀ ਹੰਡਾਉਂਦੇ ਸਨ ਜੀ। ਕਦੜੀ ਖਪੜੀ ਲੱਕੜੀ ਚਮਰੀ ਸਿੱਖਾਂ ਸੂਤ ਧੋਤੀ ਕੀਨੇ। ਕਈਆਂ ਦਾ ਜੀਵਨ ਐਸੋ ਜਿਹਾ ਇੱਥੇ ਬਿਆਨ ਕੀਤਾ ਹੈ। ਆਂਦੇ ਕਈਆਂ ਨੇ ਰਾਜਸੀ ਕੱਪੜਿਆਂ ਨੂੰ ਲਾਹ ਕਰਕੇ ਚਮੜਿਆਂ ਦੇ ਬਣੇ ਹੋਏ ਕੱਪੜੇ ਜਿਹੜੇ ਸਨ ਉਹ ਪਹਿਨ ਲਏ। ਕਈਆਂ ਨੇ ਹੱਥਾਂ ਦੇ ਵਿੱਚ ਠੂਠੇ ਫੜ ਲਏ ਮੰਗਣ ਵਾਸਤੇ ਆਦਿਕ। ਕਈਆਂ ਨੇ ਲੱਕੜੀ ਦੇ ਬਰਤਨਾਂ ਨੂੰ ਜਿਹੜਾ ਸੀ ਉਹ ਵਰਤਣਾ ਸੰਸਾਰ ਦੇ ਉੱਤੇ ਸ਼ੁਰੂ ਕਰ ਦਿੱਤਾ। ਕਈਆਂ ਨੇ ਜਨੇਊ ਤੇ ਕਈਆਂ ਨੇ ਧੋਤੀਆਂ ਭਾਵ ਕੱਪੜੇ ਜਿਹੜੇ ਸਨ ਉਹ ਪਹਿਨ ਲਏ ਸਨ ਜੀ। ਤੂੰ ਸਹਿਬ ਹੋ ਸੰਗੀ ਤੇਰਾ ਪ੍ਰਣੋ ਮੇ ਨਾਨਕ ਜਤ ਕੈਸੀ। ਤੇ ਅੰਤ ਦੇ ਵਿੱਚ ਇਹਨਾਂ ਸਾਰਿਆਂ ਦੀ ਗਿਣਤੀ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਮੁਹਰ ਲਾਈ ਹੈ, ਕਹਿਣ ਲੱਗੇ ਕੋਈ ਦਰਵੇਸ਼ ਹੋਵੇ, ਕੋਈ ਜੋਗੀ ਜਤੀ ਜਿਹੜਾ ਹੈ ਸਤੀ ਹੋਵੇ, ਕੋਈ ਪੀਰ ਪੈਗੰਬਰ ਔਲੀਆ ਹੋਵੇ ਆਦਿਕ, ਕੋਈ ਲੱਕੜ ਦੇ ਬਰਤਨ ਵਰਤਣ ਵਾਲਾ ਹੋਵੇ, ਕੋਈ ਚਮੜੇ ਦੇ ਕੱਪੜੇ ਪਾਉਣ ਵਾਲਾ ਹੋਵੇ, ਤੇਰੀ ਖੋਜ ਦੇ ਵਿੱਚ ਜੁੜੇ ਨੇ ਮੁਬਾਰਕ ਨੇ। ਪਰ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀਓ, ਤੂੰ ਸਾਹਿਬ ਹੋ ਸਾਂਗੀ ਤੇਰਾ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਜਿਹੜਾ ਹੈ ਠਾਕੁਰ ਹੈ। ਮੈਨੂੰ ਤੇਰਾ ਹੀ ਸਾਥ ਹੈ ਤੇ ਮੈਂ ਤੇਰਾ ਹੀ ਸੰਗੀ ਹਾਂ। ਤੂੰ ਸਾਹਿਬ ਹੋ ਸਾਂਗੀ ਤੇਰਾ, ਪ੍ਰਣਵੇ ਨਾਨਕ ਜਾਤ ਕੈਸੀ। ਨਾਨਕ ਦੇ ਘਰ ਦੇ ਵਿੱਚ ਜਾਤ ਨਹੀਂ ਪੁੱਛੀ ਜਾਂਦੀ ਕਿ ਉਹ ਕਿਹੜੀ ਜਾਤੀ ਤੋਂ ਹੈ, ਕਿਹੜੀ ਬਰਾਦਰੀ ਤੋਂ ਹੈ, ਜਾਂ ਕੋਈ ਫਿਰਕਾ ਪ੍ਰਸਤੀ ਨਹੀਂ ਕਿ ਕੋਈ ਗੋਰਾ ਹੈ ਜਾਂ ਕੋਈ ਕਾਲਾ ਹੈ। ਉਹਦੇ ਘਰ ਦੇ ਅੰਦਰ ਸਾਰੇ ਹੀ ਪਰਵਾਨੇ ਗਏ ਜਿਹੜੇ ਨਾਮ ਨੂੰ ਜਿਹੜੇ ਸੰਬੋਧਨ ਹੋ ਗਏ, ਜਿਹੜੇ ਨਾਮ ਦੀ ਖਿੱਚ ਲੈ ਕੇ ਆਏ, ਉਹ ਕਿਸੇ ਵੀ ਫਿਰਕੇ ਦੇ ਵਿੱਚੋਂ ਸੀ, ਕਿਸੇ ਵੀ ਬਰਾਦਰੀ ਦੇ ਵਿੱਚੋਂ ਸੀ। ਮੇਰੇ ਨਾਨਕ ਦੇ ਘਰ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਬੈਠਣ ਵਾਸਤੇ ਜਿਹੜੀ ਹੈ ਉਹ ਜਗ੍ਹਾ ਮਿਲ ਗਈ। ਤੇ ਅੱਜ ਵੀ ਗੁਰਦੁਆਰੇ ਦੇ 4 ਦਿਸ਼ਾਵਾਂ 4 ਬੂਹੇ ਝੂਲਦਾ ਨਿਸ਼ਾਨ ਸਾਹਿਬ ਗੁਰੂ ਕੀ ਸੰਗਤ ਜੀ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਘਰ ਦੇ ਅੰਦਰ ਤੈਨੂੰ ਰਾਤ ਠਹਿਰਨ ਲਈ ਜਗ੍ਹਾ ਮਿਲ ਜਾਵੇਗੀ, ਤੈਨੂੰ ਸੌਣ ਵਾਸਤੇ ਬਿਸਤਰਾ ਮਿਲ ਜਾਵੇਗਾ, ਛਕਣ ਵਾਸਤੇ ਲੰਗਰ ਮਿਲ ਜਾਵੇਗਾ। ਇਸ ਨਿਸ਼ਾਨ ਦੇ ਥੱਲੇ ਤੈਨੂੰ ਕਿਸੇ ਵੀ ਕਿਸਮ ਦਾ ਹੁਣ ਕੋਈ ਡਰ ਤੇ ਭੌ ਨਹੀਂ, ਕਿਉਂਕਿ ਇੱਥੇ ਤੇਰੀ ਅਜ਼ਮਤ ਨੂੰ ਵੀ ਜਿਹੜਾ ਹੈ ਉਹ ਕੋਈ ਤਾਰ ਨਹੀਂ ਕਰ ਸਕਦਾ। ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈ, ਜਿਹੜਾ ਸੌਣ ਲਈ ਆਵੇ ਉਹਨੂੰ ਬਿਸਤਰਾ ਦੇਣ ਵਾਲਾ ਹੈ। ਆਦਿਕ ਬੇਅੰਤ ਪ੍ਰਕਰਨ ਹਨ ਗੁਰਦੁਆਰੇ ਦੇ ਨਾਮ ਦੇ ਉੱਤੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਇਹ ਬਚਨ ਕਹੇ ਹਨ। ਉੱਥੇ ਹੁਣ ਵੀ ਇਹ ਜਿਹੜਾ ਪ੍ਰਕਰਨ ਹੈ, ਆਪ ਜੀ ਜਦੋਂ ਬਾਣੀ ਦੇ ਨਾਲ ਜੁੜੋ, ਗੁਰਮਤਿ ਦੇ ਨਾਲ ਜੁੜੋ, ਗੁਰ ਇਤਿਹਾਸ ਦੇ ਨਾਲ ਜੁੜੋਗੇ, ਇਹ ਵਿਸ਼ਿਆਂ ਦੇ ਵਿੱਚ ਤੁਸੀਂ ਮਕਬੂਲ ਹੁੰਦੇ ਜਾਓਗੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਏ ਨੇ, ਹੇ ਭਾਈ ਦੇਖੋ
ਉਹ ਮਾਲਕ ਦਾ ਮੈਂ ਜਿਹੜਾ ਹਾਂ ਸੰਗੀ ਤੇ ਸਾਥੀ ਹਾਂ। ਮੇਰੇ ਘਰ ਦੇ ਵਿੱਚ ਕੋਈ ਜਾਤ ਜਾਂ ਬਰਾਦਰੀ ਨਹੀਂ ਹੈ ਜੀ। ਚੌਪਈ ਜਪ ਜੇ ਸ੍ਰੀ ਗੁਰ ਸ਼ਬਦ ਬਖਾਨਾ। ਜਦੋਂ ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਨੇ ਕੀਤੇ ਹਨ ਜੀ। ਸੂਸਨ ਹੋਤ ਪਿਓ ਮਰਦਾਨਾ। ਤੇ ਮਰਦਾਨਾ ਜੀ ਜਿਹੜੇ ਸਨ ਉਹ ਖਮੋਸ਼ ਹੋ ਗਏ। ਉਹਨਾਂ ਨੂੰ ਇਸ ਰਮਜ ਦੀ ਹੁਣ ਸਮਝ ਲੱਗ ਗਈ ਹੈ ਜੀ। ਨਿਗਸ ਉਜਾਰ ਵਹਿਰ ਜਬ ਗਏ। ਤੇ ਇਸ ਬੀਆਬਾਨ ਜੰਗਲ ਨੂੰ ਟੱਪ ਕੇ ਅੱਗੇ ਅਗਾਹ ਨੂੰ ਹੋ ਤੁਰੇ ਹਨ ਜੀ। ਗ੍ਰਾਮ ਏਕ ਤਬ ਦੇਖਤ ਪਏ। ਕੀ ਦੇਖਦੇ ਹਨ ਜੰਗਲ ਚੋਂ ਬਾਹਰ ਆ ਕੇ ਕਿ ਇੱਕ ਬੜਾ ਸੁੰਦਰ ਨਗਰ ਜਿਹੜਾ ਹੈ ਸਾਹਮਣੇ ਦਿਖਾਈ ਦੇ ਰਿਹਾ ਹੈ ਜੀ। ਸਭ ਬਚਕ ਕੇ ਘਰ ਤੇ ਮਾਹੀ। ਤੇ ਇਹ ਹੁਣ ਜਿਹੜਾ ਨਗਰ ਹੈ ਬੰਚਕ ਕਹਿੰਦੇ ਨੇ ਠੱਗਾ ਨੂੰ। ਇਹ ਸਾਰਾ ਪਿੰਡ ਜਿਹੜਾ ਹੈ ਗੁਰ ਕੀ ਸੰਗਤ ਜੀ ਇਹ ਠੱਗਾਂ ਦਾ ਹੈ। ਇਹ ਠੱਗ ਕੀ ਕਰਦੇ ਨੇ, ਆਏ ਗਏ ਰਾਹਗੀਰ ਨੂੰ ਉਹਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕਰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਾਂ ਇਹ ਜੋ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜੋ ਇਹ ਜੀਵਨ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਕਥਾ, ਉਹਦੇ ਵਿੱਚ ਆਉਣ ਵਾਲੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰੋਗੇ। ਇਹਨਾਂ ਠੱਗਾਂ ਦੇ ਨਾਲ ਕੀ ਬੀਤਦੀ ਹੈ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ, ਕਿ ਇਹ ਠੱਗ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਹਨ, ਕਿ ਇਹ ਤਰ ਜਾਂਦੇ ਹਨ। ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਇਤਨੀ ਸੇਵਾ ਪ੍ਰਵਾਨ ਕਰਨੀ ਮਾਲਕ ਨੇ ਕਿਰਪਾ ਤੇ ਰਹਿਮਤ ਵਰਤਾਈ ਹੈ। ਅੱਜ ਇੱਕ ਨਵੇਂ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ, ਜਿਹਨੂੰ ਅਸੀਂ ਭਾਦਰੋਂ ਦਾ ਮਹੀਨਾ ਜਿਹੜਾ ਹੈ ਕਹਿੰਦੇ ਹਾਂ। ਮੇਰੇ ਮਾਲਕ ਨੇ ਬਾਣੀ ਦੇ ਅੰਦਰ ਜੋ ਅੱਜ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ, ਭਾਦੋ ਕਰਮ ਭੁਲਾ